बिना गत नहीं ते शाह बिना पत नहीं, ये गल हुण तक असीं सुणदे आए हैं और इहदे पिछे बहुत वड्डे अर्थ लुके होए आ। गल बेशक बड़ी सादा जी आ और सादा लफ्ज़ां विच कही जांदी आ, पर लुकवें जिहड़े अर्थ आ वो बहुत वड्डे आ। हुण गुरु बिना गत नहीं, वाकई आपां कह सकदे ना, कई असीं कहाणियां हुण तक पढ़ीਆਂ आ जिहदे विच कोई ऋषि मुनि नूं कोई आम मनुੱਖ टक्करिਆ ਤੇ ਉਹ ਕੋਈ ਗੱਲਬਾਤ ਕਰਨ ਲੱਗਾ ਤੇ ਉਸ ਰਿਸ਼ੀ ਮੁਨੀ ਨੇ ਪਹਿਲਾਂ ਉਹਨੂੰ ਕਿਹਾ ਕਿ ਮੇਰੇ ਨਾਲ ਵਿਚਾਰ ਕਰਨ ਤੋਂ ਪਹਿਲਾਂ ਤੇਰਾ ਗੁਰੂ ਕੌਣ ਸੀਗਾ ਉਹ ਦੱਸ। ਤੇ ਉਹ ਕਹਿੰਦਾ ਜੀ ਮੇਰਾ ਤਾਂ ਕੋਈ ਗੁਰੂ ਹੀ ਨਹੀਂਗਾ। ਉਹ ਕਹਿੰਦੇ ਜਿਹਦਾ ਕੋਈ ਗੁਰੂ ਨਹੀਂਗਾ, ਜਿਹੜਾ ਹੈ ਹੀ ਨਹੀਂ ਗੁਰਾ ਆ, ਮੈਂ ਉਹਨੂੰ ਮਿਲਣਾ ਕੀ ਹੈ, ਮੈਂ ਉਹਨੂੰ ਗੱਲਬਾਤ ਨਹੀਂ ਕਰ ਸਕਦਾ। ਬੜੀਆਂ ਕਹਾਣੀਆਂ ਇੱਦਾਂ ਦੀਆਂ ਪੜ੍ਹੀਆਂ। ਇਸੇ ਤਰ੍ਹਾਂ ਹੀ ਜੇ ਤੁਹਾਡਾ ਗੁਰੂ, ਤੁਹਾਡਾ ਉਸਤਾਦ, ਤੁਹਾਡਾ ਟੀਚਰ ਤੁਹਾਡੀ ਜ਼ਿੰਦਗੀ ਵਿੱਚ ਨਹੀਂ ਹੈਗਾ ਨਾ, ਤਾਂ ਤੁਹਾਡੀ ਜ਼ਿੰਦਗੀ ਕਦੇ ਵੀ ਸਫਲ ਨਹੀਂ ਹੋ ਸਕਦੀ। ਤੁਸੀਂ ਕਦੇ ਵੀ ਸੁਧਰ ਨਹੀਂ ਸਕਦੇਗੇ। ਔਰ ਨਾਲੇ ਇਹ ਤੱਥ ਉੱਧਰ ਨੂੰ ਵੀ ਜਾਂਦਾ ਕਿ ਸਿਰ 'ਤੇ ਨਹੀਂ ਕੁੰਡਾ ਅਤੇ ਹਾਥੀ ਫਿਰੇ ਲੁੰਡਾ ਵਾਲੀ ਗੱਲ ਬਣ ਜਾਂਦੀ ਆ, ਕਿਉਂਕਿ ਫਿਰ ਬੰਦਾ ਬੇਪਰਵਾਹ ਹੋ ਜਾਂਦਾ। ਜਦੋਂ ਕੋਈ ਕਿਸੇ ਨੂੰ ਝਿੜਕਣ ਵਾਲਾ, ਜਦੋਂ ਕੋਈ ਕਿਸੇ ਨੂੰ ਹਦਾਇਤ ਮੁਰਾਦ ਦੇਣ ਵਾਲਾ ਨਾ ਰਵੇ, ਤਾਂ ਫਿਰ ਇੱਦਾਂ ਹੀ ਹੁੰਦਾ ਆ ਕਿ ਉਹ ਕੋਈ ਵੀ ਮਨੁੱਖ ਹੈ ਉਹ ਫਿਰ ਬੇਗੁਰਾ ਇੱਦਾਂ ਹੀ ਆਪਣੀਆਂ ਜ਼ਿੰਦਗੀ ਦੀਆਂ ਆਪ ਹੁਦਰੀਆਂ ਕਰਦਾ ਰਹਿੰਦਾ। ਦੋਸਤੋ, ਘਰ ਦੇ ਵਿੱਚ ਸਭ ਤੋਂ ਪਹਿਲਾ ਗੁਰੂ ਪਤਾ ਕੌਣ ਹੁੰਦਾ ਆ? ਸਭ ਤੋਂ ਪਹਿਲਾ ਗੁਰੂ ਜਿਹੜਾ ਆ ਉਹ ਤੁਹਾਡੇ ਮਾਪੇ ਹੁੰਦੇ ਆ। मैं गल करना चाहूँगा हिंदू मिथਿਆਸ ਵਿੱਚੋਂ एक ऋषि दत्तात्रेय होए आ। महर्षि दत्तात्रेय की गाथा जिहड़ी आ ਉਹ पढ़ो तो कदे तुहानूं हैरानी होगी। ਕਹਿੰਦੇ कि महर्षि दत्तात्रेय ਨੂੰ ਕੁਝ ऋषि ਇਸੇ ਤਰ੍ਹਾਂ ਹੀ ਜਿਵੇਂ ਪੁਰਾਣੇ ਵੇਲਿਆਂ 'ਚ ऋषि ਮੁਨੀ ਦੂਰ ਦੂਰ ਦੇਸ਼ਾਂ ਦੇ ਵਿੱਚ ਜਾਂਦੇ ਸੀਗੇ, ਦੂਰ ਦੂਰ ਤੀਰਥ ਸਥਾਨਾਂ 'ਤੇ ਜਾਂਦੇ ਸੀਗੇ ਔਰ ਉੱਥੇ ਜਾ ਕੇ ਉਹ ਯਾਤਰਾਵਾਂ ਕਰਦੇ ਸੀ, ਆਪਣੇ ਵਿਚਾਰ ਦੱਸਦੇ ਸੀਗੇ। ਅਤੇ ਇਸੇ ਤਰ੍ਹਾਂ ਹੀ ਜਦੋਂ ਦत्तात्रेय ਇੱਕ ਵਾਰੀ ਇਸੇ ਤਰ੍ਹਾਂ ਹੀ ਹੋਰ ਜਿਹੜੇ ਯਾਤਰੂ ਟੋਲੇ ਸੀ ਰਿਸ਼ੀਆਂ ਮੁਨੀਆਂ ਦੇ, ਕਹਿੰਦੇ ਉਹਨਾਂ ਦੇ ਨਾਲ ਜਦੋਂ ਉਹਨਾਂ ਦੀ ਮੁਲਾਕਾਤ ਹੋਈ ਤੇ ਉਹ ਇੱਕ ਦੂਜੇ ਨੂੰ ਪੁੱਛਦੇ ਆ ਵੀ ਤੂੰ ਕਿਸ ਗੁਰੂ ਦਾ ਚੇਲਾ ਹੈ ਤੇ ਤੂੰ ਕਿਸ ਗੁਰੂ ਦਾ ਚੇਲਾ, ਜਿਵੇਂ ਕਿ ਮੈਂ ਪਹਿਲਾਂ ਗੱਲ ਕੀਤੀ ਆ। ਜਦੋਂ ਮਹਾਰਿਸ਼ੀ ਦत्तात्रेय ਨੂੰ ਪੁੱਛਿਆ ਨਾ ਕਿ ਤੇਰੇ ਗੁਰੂ ਕੌਣ ਆ, ਤੇ ਉਹ ਕਹਿੰਦਾ ਜੀ ਮੇਰੇ 10 ਗੁਰੂ ਆ। ਔਰ ਹੈਰਾਨੀ ਦੀ ਗੱਲ ਇਹ ਹੋਈ ਕਿ ਉਹਨਾਂ ਨੂੰ ਬੜਾ ਝਟਕਾ ਲੱਗਿਆ। ਉਹ ਕਹਿੰਦੇ ਯਾਰ ਗੁਰੂ ਤਾਂ ਜ਼ਿੰਦਗੀ 'ਚ ਇੱਕੋ ਹੀ ਹੁੰਦਾ ਤੇ ਤੇਰੇ 10 ਗੁਰੂ ਕਿਵੇਂ ਹੋਏ ਆ? ਤਾਂ ਉਹਨੇ ਜਿਹੜੇ ਹਵਾਲੇ ਦਿੱਤੇ ਉਹ ਰਿਸ਼ੀ ਸੁਣ ਕੇ ਦੰਗ ਰਹਿ ਗਏ। ਤਾਂ ਮੈਂ ਜ਼ਿਕਰ ਕਰੂੰਗਾ ਕਿ ਉਸਨੇ ਕੀ ਕਿਹਾ ਮਹਾਰਿਸ਼ੀ ਦत्तात्रेय ਨੇ। ਉਹ ਕਹਿੰਦਾ ਜੀ ਜਦੋਂ ਮੈਂ ਘਰੋਂ ਗੁਰੂ ਦੀ ਪ੍ਰਾਪਤੀ ਲਈ ਚੱਲਿਆ ਤੇ ਸਭ ਤੋਂ ਪਹਿਲਾਂ ਕਹਿੰਦਾ ਨਾ ਮੈਨੂੰ ਇੱਕ ਨਦੀ ਨਜ਼ਰ ਆਈ। ਉਹ ਨਦੀ ਕਹਿੰਦਾ ਕਿ ਮੈਂ ਉਹਦੇ ਨਾਲ ਨਾਲ ਤੁਰਿਆ ਗਿਆ ਤੇ ਮੈਂ ਉਹਦੇ ਤੋਂ ਇਹ ਸਿੱਖਿਆ ਕਿ ਨਿਰੰਤਰ ਬੰਦੇ ਨੂੰ ਚੱਲਣਾ ਚਾਹੀਦਾ, ਰੁਕਣਾ ਨਹੀਂ ਚਾਹੀਦਾ। ਤੇ ਨਦੀ ਵਾਂਗੂ ਹੀ ਬੰਦਾ ਸਾਰੀ ਹਯਾਤੀ ਚੱਲਦਾ ਰਹੇ ਤਾਂ ਜ਼ਿੰਦਗੀ ਵਿੱਚ ਕਦੇ ਰੁਕਾਵਟ ਨਹੀਂ ਆ ਸਕਦੀ। ਇਸੇ ਤਰ੍ਹਾਂ ਕਹਿੰਦਾ ਫਿਰ ਮੈਂ ਇਹ ਦੇਖਿਆ ਕਿ ਜਿਹੜੀ ਕੀੜੀ ਆ ਉਹ ਕੀੜੀ ਆਪਣੇ ਤੋਂ ਕਹਿੰਦੇ ਆ 4 ਗੁਣਾ ਭਾਰ ਵੱਧ ਲੈ ਕੇ ਉਹ ਤੁਰੀ ਫਿਰਦੀ ਆ, ਮਿਹਨਤ ਕਰਦੀ ਆ। ਕਹਿੰਦੇ ਮੈਂ ਕੀੜੀ ਤੋਂ ਸਿੱਖਿਆ ਕਿ ਜਿਹੜਾ ਤੁਸੀਂ ਕਰਮ ਕਰਨਾ ਆ, ਜਿਹੜੇ ਕੰਮ ਕਰਨੇ ਆ, ਕਦੇ ਉਹਨਾਂ ਨੂੰ ਬੋਝ ਨਾ ਸਮਝੋ। ਤੁਸੀਂ ਡਟ ਕੇ ਮਿਹਨਤ ਕਰੋ ਔਰ ਤਾਂ ਹੀ ਤੁਸੀਂ ਆਪਣੀ ਮੰਜ਼ਿਲ ਵੱਲ ਪਹੁੰਚ ਸਕਦੇ ਹੋ। ਫਿਰ ਕਹਿੰਦੇ ਉਸ ਤੋਂ ਬਾਅਦ ਰੁੱਖ ਮੇਰਾ ਗੁਰੂ ਆ। ਮੈਂ ਇੱਕ ਰੁੱਖ ਦੀ ਛਾਂ ਦੇ ਥੱਲੇ ਕਹਿੰਦੇ ਬੈਠ ਗਿਆ ਕੁਛ ਪਲ ਆਰਾਮ ਕਰਨ ਵਾਸਤੇ। ਰੁੱਖ ਤੋਂ ਮੇਰੇ ਵਾਸਤੇ ਮਿੱਠੇ ਫਲ ਵੀ ਡਿੱਗੇ, ਉਹ ਮੈਂ ਖਾਧੇ, ਰੁੱਖ ਦੀ ਛਾਂ ਦਾ ਆਨੰਦ ਵੀ ਮਾਣਿਆ। ਉਹਨੇ ਮੈਨੂੰ ਆਸਰਾ ਵੀ ਦਿੱਤਾ। ਮੈਂ ਰੁੱਖ ਕੋਲੋਂ ਸਿੱਖਿਆ ਕਿ ਜ਼ਿੰਦਗੀ ਦੇ ਵਿੱਚ ਬੇਸ਼ੱਕ ਤੁਹਾਨੂੰ ਜਿੰਨੀਆਂ ਮਰਜ਼ੀ ਧੁੱਪਾਂ ਛਾਵਾਂ ਝੱਖੜ ਹਨੇਰ ਜਿਹੜੇ ਆ ਉਹ ਸਹਿਣੇ ਪੈਣ, ਪਰ ਤੁਸੀਂ ਹਮੇਸ਼ਾ ਖਿੜੇ ਰਹੋ, ਮੁਸਕਰਾਉਂਦੇ ਰਹੋ, ਫਲ ਦਿੰਦੇ ਰਹੋ। ਤਾਂ ਬੰਦੇ ਨੂੰ ਇਸ ਤਰੀਕੇ ਬਣਨਾ ਚਾਹੀਦਾ। ਉਸ ਤੋਂ ਬਾਅਦ ਕਹਿੰਦੇ ਮੈਂ ਵੇਖਿਆ ਇੱਕ ਬਿਜੜਾ ਜਿਹੜਾ ਸੀਗਾ, ਜਦੋਂ ਮੈਂ ਜਾ ਰਿਹਾ ਸੀ ਇੱਕ ਜੰਗਲ ਵਿੱਚੋਂ, ਤੇ ਇੱਕ ਬਿਜੜਾ ਜਿਹੜਾ ਸੀ ਉਹ ਬਹੁਤ ਖੂਬਸੂਰਤ ਆਲਣਾ ਬਣਾ ਰਿਹਾ ਸੀਗਾ। ਤੇ ਮੈਂ ਬਿਜੜੇ ਕੋਲੋਂ ਇਹ ਸਿੱਖਿਆ ਕਿ ਬੰਦੇ ਵਿੱਚ ਹੁਨਰ ਹੋਣਾ ਬਹੁਤ ਜ਼ਰੂਰੀ ਹੁੰਦਾ ਆ ਔਰ ਇੰਨਾ ਕੁ ਜ਼ਰੂਰੀ ਹੁੰਦਾ ਆ ਕਿ ਬੰਦੇ ਨੂੰ ਅਗਰ ਕੋਈ ਕੰਮ ਨਾ ਆਵੇ ਤਾਂ ਉਹ ਬੰਦਾ ਫਿਰ ਕਿਸੇ ਕੰਮ ਦਾ ਨਹੀਂ ਹੁੰਦਾ। ਹੱਥ ਦੀ ਕਲਾ ਦਾ ਹੋਣਾ ਬਹੁਤ ਜ਼ਰੂਰੀ ਆ, ਜਾਂ ਫਿਰ ਕੋਈ ਹੁਨਰ ਇਹੋ ਜਿਹਾ ਹੋਣਾ ਬਹੁਤ ਜ਼ਰੂਰੀ ਆ ਜਿਸ ਦੀ ਸਾਰੇ ਲੋਕ ਸਿਫਤ ਕਰਨ। ਉਸ ਤੋਂ ਬਾਅਦ ਕਹਿੰਦੇ ਮੈਂ ਕੋਇਲ ਨੂੰ ਵੇਖਿਆ। ਕੋਇਲ ਬੇਸ਼ੱਕ ਰੰਗ ਰੂਪ 'ਚ ਕਾਲੀ ਆ, ਪਰ ਕਹਿੰਦੇ ਕਾਲੇ ਹੋਣਾ ਗੁਨਾਹ ਨਹੀਂਗਾ। ਗੁਨਾਹ ਇਸ ਕਰਕੇ ਹੁੰਦਾ ਆ ਕਿ ਜੇ ਭਾਵੇਂ ਤੁਸੀਂ ਰੰਗ ਦੇ ਚਿੱਟੇ ਵੀ ਹੋਵੋ, ਗੋਰੇ ਵੀ ਹੋਵੋ, ਤੇ ਜੇ ਤੁਸੀਂ ਮੰਦੀ ਜ਼ੁਬਾਨ ਬੋਲੋ ਤਾਂ ਉਹ ਹਰ ਕਿਸੇ ਨੂੰ ਮਾੜੀ ਲੱਗਦੀ ਆ। ਕਾਂ ਨੂੰ ਕੌਣ ਪਸੰਦ ਕਰਦਾ ਆ? ਬੇਸ਼ੱਕ ਉਹ ਕਾਲਾ, ਪਰ ਉਹਦੇ ਬੋਲ ਜਿਹੜੇ ਆ ਉਹ ਕਿਸੇ ਨੂੰ ਚੰਗੇ ਨਹੀਂ ਲੱਗਦੇ, ਉਹਦੀ ਕੜਾਂ ਕੜਾਂ ਚੰਗੇ ਨਹੀਂ ਲੱਗਦੇਗੀ। ਬਸ਼ਰਤੇ ਉਹ ਕਹਿੰਦੇ ਮੈਂ ਕੋਇਲ ਕੋਲੋਂ ਵੀ ਸਿੱਖਿਆ ਕਿ ਕੋਇਲ ਜਿਸ ਨੂੰ ਆਮ ਅਸੀਂ ਕਹਿ ਦਿੰਦੇ ਹਾਂ ਕਿ ਸਾਨੂੰ ਗੋਰੇ ਰੰਗ ਹੀ ਪਸੰਦ ਆ, ਕਾਲਾ ਰੰਗ ਪਸੰਦ ਨਹੀਂ, ਪਰ ਉਹ ਕੋਇਲ ਕਿੰਨੇ ਮਿੱਠੇ ਗੀਤ ਗਾਉਂਦੀ ਆ, ਬੁਲਬੁਲ ਕਿੰਨੇ ਮਿੱਠੇ ਗੀਤ ਗਾਉਂਦੀ ਆ। ਕਹਿੰਦੇ ਮੈਂ ਇਹਨਾਂ ਪੰਛੀਆਂ ਤੋਂ ਮਿੱਠਾ ਬੋਲਣਾ ਸਿੱਖਿਆ। ਸੋ ਇਸ ਤਰੀਕੇ ਨਾਲ ਉਹਨੇ ਆਪਣੇ ਜਿਹੜੇ 10 ਗੁਰੂ ਸੀਗੇ ਉਹ ਗਿਣਾ ਦਿੱਤੇ, ਜਿਹਨੂੰ ਸੁਣ ਕੇ ਜਿਹੜੇ ਬਾਕੀ ਦੇ ਰਿਸ਼ੀ ਇਕੱਠੇ ਹੋਏ ਸੀ ਉਹਨਾਂ ਨੂੰ ਹੈਰਾਨੀ ਹੋਈ। ਤਾਂ ਦੂਜੇ ਪਾਸੇ ਘਰ ਦੇ ਵਿੱਚ ਕਿਸੇ ਵੀ ਬੱਚੇ ਦਾ ਜਿਹੜਾ ਪਹਿਲਾ ਗੁਰੂ ਹੁੰਦੇ ਆ ਉਹਦੇ ਮਾਪੇ ਹੁੰਦੇ ਆ। ਮਾਂ ਸਭ ਤੋਂ ਵੱਡਾ ਗੁਰੂ ਹੁੰਦੀ ਹੈ। ਮਾਂ ਤੋਂ ਵੱਡਾ ਕੋਈ ਗੁਰੂ ਨਹੀਂ।
ਮਾਂ ਬਾਰੇ ਕਹਿ ਸਕਦੇ ਹਾਂ ਕਿ ਸਾਡੇ ਹੁਣ ਤੱਕ ਜਿਹੜੇ ਵੱਡ ਵਡੇਰੇ ਹੋਏ ਆ ਉਹਨਾਂ ਨੇ ਮਾਂ ਨੂੰ ਰੱਬ ਦਾ ਰੁਤਬਾ ਦਿੱਤਾ। ਵਾਕਈ ਮਾਂ ਰੱਬ ਦਾ ਰੁਤਬੇ ਦੇ ਬਰਾਬਰ ਹੀ ਹੁੰਦੀ ਆ ਤੇ ਮਾਂ ਤੋਂ ਵੱਡਾ ਕੋਈ ਗੁਰੂ ਨਹੀਂ ਹੁੰਦਾ। ਮਾਂ ਝਿੜਕਦੀ ਵੀ ਆ, ਮਾਂ ਨਸੀਹਤਾਂ ਵੀ ਕਰਦੀ ਆ ਔਰ ਉਹਨਾਂ ਚੀਜ਼ਾਂ ਨੂੰ ਮੰਨਣਾ ਚਾਹੀਦਾ। ਉਸ ਤੋਂ ਬਾਅਦ ਸਾਡਾ ਜਿਹੜਾ ਪਹਿਲਾ ਅਧਿਆਪਕ ਹੁੰਦਾ ਨਾ, ਉਹ ਸਾਡੇ ਟੀਚਰ ਹੁੰਦੇ ਆ। ਸਾਡੇ ਅਧਿਆਪਕ ਉਹ ਹੁੰਦੇ ਆ, ਸਾਡੇ ਗੁਰੂ ਉਹ ਹੁੰਦੇ ਆ ਜਿਹੜੇ ਸਾਨੂੰ ਨਸੀਹਤਾਂ ਦਿੰਦੇ ਆ, ਜਿਹੜੇ ਸਾਨੂੰ ਸਿੱਖਿਆ ਦਿੰਦੇ ਆ, ਜਿਹੜੇ ਸਾਨੂੰ ਕੁਛ ਨਾ ਕੁਛ ਸਿਖਾਉਂਦੇ ਆ। ਇਸ ਤੋਂ ਬਾਅਦ ਸਮਾਜ ਵੀ ਤੁਹਾਡਾ ਗੁਰੂ ਹੁੰਦਾ ਹੈ। ਜਿਹੜਾ ਬੰਦਾ ਕਹਿੰਦੇ ਪਰੇ ਪੰਚਾਇਤ 'ਚ ਨਹੀਂ ਨਾ ਬੈਠਿਆ ਗਾ, ਜਿਹੜਾ ਬੰਦੇ ਨੇ ਪਰੇ ਪੰਚਾਇਤ ਵਿੱਚ ਬੈਠ ਕੇ ਜਾਂ ਕਿਸੇ ਸਿਆਣੇ ਮਾਹਰ ਕੋਲੋਂ, ਕਿਸੇ ਬਜ਼ੁਰਗ ਕੋਲੋਂ ਕੋਈ ਚੰਗੀ ਚੀਜ਼ ਨਹੀਂ ਸਿੱਖੀ ਨਾ, ਤੇ ਫਿਰ ਤੁਸੀਂ ਕੁਝ ਵੀ ਨਹੀਂ ਸਿੱਖਿਆ। ਉਹ ਵੀ ਸਾਡੇ ਗੁਰੂ ਹੁੰਦੇ ਆ। ਕਿਤਾਬਾਂ ਵੀ ਸਾਡਾ ਗੁਰੂ ਆ। ਕਿਤਾਬਾਂ ਤੋਂ ਵੀ ਸਾਨੂੰ ਸਾਰੀ ਜ਼ਿੰਦਗੀ ਕੁਛ ਨਾ ਕੁਛ ਵਧੀਆ ਸਿੱਖਣ ਨੂੰ ਮਿਲਦਾ ਰਹਿੰਦਾ ਹੈ। ਇੱਕ ਹੋਰ ਵੀ ਗੱਲ ਹੈ ਕਿ ਪੁਰਾਣੇ ਬਜ਼ੁਰਗਾਂ ਵਾਸਤੇ ਵੀ ਕਿਹਾ ਜਾਂਦਾ, ਜਿਹੜੇ ਲੋਕਾਂ ਨੇ ਜ਼ਿੰਦਗੀ ਹੰਢਾਈ ਹੋਵੇ ਨਾ, ਉਹਨਾਂ ਲੋਕਾਂ ਕੋਲੇ ਜ਼ਿੰਦਗੀ ਦੇ ਬਹੁਤ ਤਜਰਬੇ ਹੁੰਦੇ, ਬਹੁਤ ਕਿੱਸੇ ਕਹਾਣੀਆਂ ਹੁੰਦੀਆਂ ਹੈ, ਤੇ ਜੇ ਅਸੀਂ ਉਹਨਾਂ ਕੋਲ ਵੀ ਬੈਠ ਜਾਈਏ ਤੇ ਕਹਿੰਦੇ ਸਾਡੇ ਗੁਰੂਆਂ ਦੇ ਵਿੱਚ ਉਹ ਵੀ ਸ਼ਾਮਲ ਹੁੰਦੇ ਆ। ਗੱਲ ਕਹਿਣ ਦਾ ਭਾਵ ਇਹ ਹੈ ਕਿ ਇੱਥੇ ਹਰੇਕ ਉਸ ਬੰਦੇ ਕੋਲੇ ਜਿਸ ਕੋਲੇ ਹੁਨਰ ਹੈ ਉਹ ਜ਼ਰੂਰ ਸਿੱਖ ਲੈਣਾ ਚਾਹੀਦਾ ਆ ਔਰ ਕਿਸੇ ਦੇ ਔਗਣਾ ਮੰਨੀ ਧਿਆਨ ਨਾ ਦਿਓ। ਇੱਥੇ ਮੈਂ ਗੁਲਿਸਤਾਨ ਬੋਸਤਾਨ ਸ਼ੇਖ ਸਾਦੀ ਜਿਹੜੇ ਕਿ ਵੱਡੇ ਫਿਲਾਸਫਰ ਸੀਗੇ, ਉਹਨਾਂ ਦੀ ਕਿਤਾਬ ਦੇ ਵਿੱਚ ਜ਼ਿਕਰ ਕਰਨਾ ਚਾਹੂੰਗਾ। ਉਹ ਲਿਖਦੇ ਨੇ ਕਿ ਜੇ ਕਿਸੇ ਬੰਦੇ ਦੇ ਵਿੱਚ 97% ਔਗਣ ਹੋਣ ਤੇ 3% ਗੁਣ ਵੀ ਹੋਣ ਤਾਂ ਵੀ ਉਸ ਦੇ ਗੁਣ ਲੈਣ ਦੀ ਕੋਸ਼ਿਸ਼ ਕਰੋ। ਤਾਂ ਜਿਸ ਬੰਦੇ 'ਚ ਔਗਣ ਆ, ਬੇਸ਼ੱਕ ਉਹਦੇ ਕੋਲ ਕੋਈ ਹੁਨਰ ਹੈ, ਕੋਈ ਕਲਾ ਆ, ਕੋਈ ਗੁਣ ਹੈਗਾ, ਉਹ ਤੁਸੀਂ ਲੈ ਲਓ। ਉਹ ਵੀ ਇੱਕ ਤਾਂ ਤੁਹਾਡਾ ਗੁਰੂ ਹੋ ਸਕਦਾ। ਔਰ ਕਹਿੰਦੇ ਨੇ ਗੁਰੂ ਤਾਂ ਚੰਗੇ ਵੀ ਹੁੰਦੇ ਆ ਤੇ ਮਾੜੇ ਵੀ ਹੋ ਸਕਦੇ। ਚੰਗੇ ਬੰਦੇ ਕੋਲ ਤਾਂ ਅਸੀਂ ਸਿੱਖਣਾ ਹੀ ਹੋਇਆ, ਤੇ ਕਹਿੰਦੇ ਮਾੜੇ ਬੰਦੇ ਕੋਲ ਵੀ ਅਸੀਂ ਸਿੱਖ ਲੈਂਦੇ ਹਾਂ, ਕਿਉਂਕਿ ਅਸੀਂ ਉਹਨਾਂ ਵਰਗਾ ਬਣਨਾ ਨਹੀਂ। ਇਹ ਵੀ ਇੱਕ ਸੀਖ ਹੁੰਦੀ ਆ। ਇਸ ਤਰੀਕੇ ਵੀ ਅਸੀਂ ਸਿੱਖ ਸਕਦੇ ਹਾਂ। ਹੁਣ ਦੂਜੀ ਗੱਲ ਆਉਂਦੀ ਹੈ, ਸਭ ਤੋਂ ਵੱਡੀ ਗੱਲ ਉਹ ਆਉਂਦੀ ਆ ਸ਼ਾਹ ਦੀ। ਕਹਿੰਦੇ ਸ਼ਾਹ ਬਿਨਾਂ ਪੱਤ ਨਹੀਂ, ਯਾਨੀ ਕਿ ਸ਼ਾਹੂਕਾਰ ਬਿਨਾਂ ਪੈਸਾ ਨਹੀਂ ਗਾ। ਕਿਸਾਨੀ ਜਿਹੜੀ ਆ ਉਹ ਅੱਜ ਤੱਕ ਸ਼ਾਹੂਕਾਰਾਂ ਤੋਂ ਬਿਨਾਂ ਨਹੀਂ ਚੱਲੀ, ਔਰ ਜਿਹੜੇ ਹੁਣ ਤੱਕ ਬਹੁਤੇ ਕਾਰੋਬਾਰ ਆ ਉਹ ਸ਼ਾਹੂਕਾਰਾਂ ਤੋਂ ਬਿਨਾਂ ਨਹੀਂ ਚੱਲੇ। ਇੱਥੋਂ ਤੱਕ ਕਿ ਸਰਕਾਰਾਂ ਵੀ ਸ਼ਾਹੂਕਾਰਾਂ ਤੋਂ ਬਿਨਾਂ ਨਹੀਂ ਚੱਲਦੀਆਂ ਹੈਗੀਆਂ। ਅੱਜ ਦਾ ਹਾਲ ਇਹ ਆ ਵੀ ਜਿੰਨਾ ਚਿਰ ਸਰਕਾਰਾਂ ਨੂੰ ਕੋਈ ਸ਼ਾਹੂਕਾਰ ਅੰਬਾਨੀ ਅਡਾਨੀ ਵਰਗੇ ਸਪੋਰਟ ਨਾ ਕਰਨ, ਤੇ ਜ਼ਾਹਿਰ ਹੈ ਕਿ ਸਰਕਾਰਾਂ ਕਿੱਥੇ ਚੱਲਦੀਆਂ ਆ। ਸੋ ਇਸ ਕਰਕੇ ਜੇ ਗੱਲ ਕਿਸਾਨੀ ਦੇ ਖਿੱਤੇ ਨਾਲ ਜੁੜੀ ਹੀ ਕਰੀਏ ਤਾਂ ਕਿਸਾਨ ਦਾ ਸਾਰਾ ਦਾਰੋ ਮਦਾਰ ਆਪਦੇ ਸ਼ਾਹ ਤੱਕ ਹੁੰਦਾ, ਆੜਤੀਏ ਤੱਕ ਹੁੰਦਾ ਆ। ਉੱਥੇ ਉਹ ਆਪਣੀ ਉਸ ਆੜਤ ਦੇ ਉੱਤੇ ਆਪਣੀ ਜਿਣਸ ਨੂੰ ਸਿੱਟਦਾ ਆ, ਉਹਦੇ ਕੋਲੋਂ ਉਹਦੇ ਬਦਲੇ ਪੈਸੇ ਲੈਂਦਾ। ਇੱਥੋਂ ਤੱਕ ਕਿ ਜਦੋਂ ਕਦੇ ਜਿਣਸ ਨਹੀਂ ਹੁੰਦੀ ਉਦੋਂ ਵੀ ਉਹ ਜਿਹੜਾ ਸ਼ਾਹ ਆ, ਉਹ ਜਿਹੜਾ ਆੜਤੀ ਆ, ਉਹ ਮਦਦ ਕਰਦਾ ਆ ਔਰ ਕਿਸਾਨ ਉਹਦੇ ਉੱਤੇ ਨਿਰਭਰ ਰਿਹਾ। ਬੇਸ਼ੱਕ ਹੁਣ ਸ਼ਾਹ ਦਾ ਰੂਪ ਕਈ ਬੈਂਕਾਂ ਨੇ ਧਾਰਨ ਕਰ ਲਿਆ ਆ, ਪਰ ਸਮਿਆਂ ਦੇ ਰਹਿੰਦੇ ਕੁਛ ਗੱਲਾਂ, ਕੁਛ ਰਮਜ਼ਾਂ ਕਹਿੰਦੇ ਨੇ ਬਦਲ ਜਾਂਦੀਆਂ ਆ। ਪਰ ਇਹ ਗੱਲਾਂ ਕਿਤੇ ਨਹੀਂ ਮੁੱਕਣੀਆਂ ਹੈਗੀਆਂ, ਕਿਉਂਕਿ ਸ਼ਾਹ ਬਿਨਾਂ ਵਾਕਿਆ ਹੀ ਗੱਤ ਨਹੀਂ ਹੈਗੀ। ਕਿਉਂਕਿ ਸ਼ਾਹ ਜਾਂ ਅੱਜ ਦੇ ਬੈਂਕ ਜਿੱਥੇ ਲੋਕਾਂ ਨਾਲ ਖੜੋ ਕੇ ਉਹਨਾਂ ਦੀਆਂ ਜਿਹੜੀਆਂ ਲੋੜਾਂ ਥੋੜ੍ਹਾਂ ਪੂਰੀਆਂ ਕਰਦੇ ਨੇ, ਤਾਂ ਉਹ ਕਹਿ ਸਕਦੇ ਹਾਂ ਕਿ ਉਹ ਜਿਹੜੀਆਂ ਕਹਾਵਤਾਂ ਬਣੀਆਂ ਨੇ ਉਹ ਸਾਰਥਕ ਵੀ ਹੁੰਦੀਆਂ ਪਈਆਂ ਨੇ। ਉਹਨਾਂ ਦੇ ਵਿੱਚ ਕੋਈ ਵੀ ਇਹੋ ਜਿਹੀ ਗੱਲ ਨਹੀਂ ਸੀਗੀ ਜਿਹੜੀ ਪੂਰੀ ਨਹੀਂ ਹੋਏਗੀ, ਜਿਹੜੀ ਸੱਚ ਸਾਬਤ ਨਹੀਂ ਹੋਈ। ਤੇ ਉਹ ਇਸੇ ਕਰਕੇ ਹੀ ਹੁਣ ਵੀ ਅੱਜ ਦੇ ਦੌਰ ਦੇ ਵਿੱਚ ਵੀ ਇਹ ਗੱਲ ਠੀਕ 100% ਨਹੀਂ ਬਲਕਿ ਲੱਖਾਂ ਫੀਸਦੀ ਟੁੱਕਦੀ ਆ, ਬਲਕਿ ਕਰੋੜਾਂ ਫੀਸਦੀ ਟੁੱਕਦੀ ਆ ਕਿ ਗੁਰੂ ਬਿਨਾਂ ਗੱਤ ਨਹੀਂ ਤੇ ਸ਼ਾਹ ਬਿਨਾਂ ਪੱਤ ਨਹੀਂ। ਕਿੱਦਾਂ ਲੱਗਦੇ ਨੇ ਸਾਡੇ ਪ੍ਰੋਗਰਾਮ? ਸਾਨੂੰ ਜ਼ਰੂਰ ਦੱਸਿਆ ਕਰੋ। ਇੱਥੇ ਹੀ ਕਰਦਾ ਸਮਾਪਤੀ। ਧੰਨਵਾਦ।